Good morning, students. Our next topic is factors affecting rate of reaction. ਫੈਕਟਰਸ ਕਿਹੜੇ ਫੈਕਟਰਸ ਹੈਗੇ ਆ ਜੋ ਕਿ ਸਾਡੀ ਰੇਟ ਆਫ ਰਿਐਕਸ਼ਨ ਨੂੰ ਅਫੈਕਟ ਕਰਦੇ ਆ, ਮਤਲਬ ਸਪੀਡ ਆਫ ਰਿਐਕਸ਼ਨ ਨੂੰ ਜੋ ਹੈ ਅਫੈਕਟ ਕਰਦੇ ਆ। ਫਰਸਟ ਵਨ ਇਜ਼ ਨੇਚਰ ਆਫ ਰਿਐਕਟੈਂਟਸ, ਨੇਚਰ ਐਂਡ ਕੰਸਨਟ੍ਰੇਸ਼ਨ ਆਫ ਰਿਐਕਟੈਂਟ। ਆਪਾਂ ਦੋਨਾਂ ਦੀ ਅਲੱਗ-ਅਲੱਗ ਗੱਲ ਕਰਦੇ ਹਾਂ। ਨੇਚਰ ਮੀਨਸ what टाइप ऑफ रिएक्टेंट इट इज़। अगर रिएक्टेंट ਦੇ ਬੌਂਡਸ ਜੋ ਹੈ ਵੀਕ ਬੌਂਡ ਹੋਣਗੇ ਤੇ ਰਿਐਕਸ਼ਨ ਕੀ ਹੈ ਫਾਸਟ ਹੋਏਗੀ, ਕਿਉਂਕਿ ਸਾਨੂੰ ਰਿਐਕਸ਼ਨ ਹੋਣ ਵਾਸਤੇ ਰਿਐਕਟੈਂਟ ਜੋ ਹੈ ਪ੍ਰੋਡਕਟ ਦੇ ਵਿੱਚ ਕਨਵਰਟ ਕਰਾਉਣਾ ਹੈ ਅਸੀਂ। ਤਾਂ ਅਗਰ ਰਿਐਕਟੈਂਟ ਦੇ ਬੌਂਡ ਜੋ ਹੈ ਵੀਕ ਹੋਣਗੇ, ਜਲਦੀ ਬ੍ਰੇਕ ਕਰਨਗੇ, ਤਾਂ ਹੀ ਉਹ ਪ੍ਰੋਡਕਟ ਬਣੇਗਾ। ਅਗਰ ਰਿਐਕਟੈਂਟ ਦੇ ਬੌਂਡ ਸਟਰੋਂਗ ਹੋਣਗੇ ਤਾਂ ਪ੍ਰੋਡਕਟ ਓਨੀ ਹੀ ਲੇਟ ਬਣੇਗਾ, ਕਿਉਂਕਿ ਸਾਨੂੰ ਜ਼ਿਆਦਾ ਐਨਰਜੀ ਚਾਹੀਦੀ ਹੋਏਗੀ। ਇਟ ਮੀਨਸ rate of reaction depend upon the how strong the bond is in reactants or how weak the bond is in reactant। ਜਿੰਨਾ ਜ਼ਿਆਦਾ weak bond ਹੋਏਗਾ ਉਨੀ ਹੀ ਜ਼ਿਆਦਾ reaction ਜੋ ਹੈ fast ਹੋਏਗੀ in reactants। ਜਾਂ ਫਿਰ ਤੁਸੀਂ ਇਹਨੂੰ ਇਸ ਤਰੀਕੇ ਨਾਲ ਕਹਿ ਸਕਦੇ ਹੋ, ਜਿੰਨਾ ਜ਼ਿਆਦਾ strong bond ਹੋਏਗਾ products ਦਾ ਉਨੀ ਹੀ ਜ਼ਿਆਦਾ fast reaction ਹੋਏਗੀ, ਕਿਉਂਕਿ ਉਹ ਫਟਾਫਟ ਬਣੇਗਾ। ਸੈਕਿੰਡ ਇਜ਼ concentration। concentration means amount of reactant। ਜਿੰਨਾ ਜ਼ਿਆਦਾ reactant ਹੋਏਗਾ ਉਨਾ ਹੀ ਜ਼ਿਆਦਾ ਉਹ ਕੀ ਕਰੇਗਾ, ਜਲਦੀ ਰਿਐਕਟ ਕਰੇਗਾ, ਰਿਐਕਸ਼ਨ ਉਨੀ ਹੀ ਫਾਸਟ ਹੋਏਗੀ। ਜਿੰਨਾ ਘੱਟ ਰਿਐਕਟੈਂਟ ਹੋਏਗਾ ਉਨੀ ਲੇਟ ਰਿਐਕਸ਼ਨ ਹੋਏਗੀ। ਦੈਨ ਸੈਕਿੰਡ ਫੈਕਟਰ ਇਜ਼ ਟੈਂਪਰੇਚਰ। ਟੈਂਪਰੇਚਰ ਜਿੱਦਾਂ ਜਿੱਦਾਂ ਅਸੀਂ ਇਨਕਰੀਜ਼ ਕਰਾਂਗੇ ਰਿਐਕਸ਼ਨ ਜੋ ਹੈ ਫਾਸਟ ਹੋਏਗੀ। ਫੋਰ ਐਗਜ਼ਾਮਪਲ ਅਗਰ ਵਾਟਰ ਰੂਮ ਟੈਂਪਰੇਚਰ 'ਤੇ ਰੱਖ ਦਿਓ, ਉਹ ਬੋਇਲ ਨਹੀਂ ਹੋਏਗਾ, ਇਵੈਪੋਰੇਟ ਨਹੀਂ ਹੋਏਗਾ, ਬਹੁਤ ਟਾਈਮ ਲੱਗੇਗਾ ਇਵੈਪੋਰੇਟ ਹੋਣ ਲਈ। ਲੇਕਿਨ ਅਗਰ ਅਸੀਂ ਵਾਟਰ ਨੂੰ ਬੋਇਲ ਕਰਨ ਲਈ ਹੀਟ ਕਰ ਦਿੰਦੇ ਹਾਂ ਤਾਂ ਕੀ ਹੋ ਜਾਏਗਾ, ਟੈਂਪਰੇਚਰ ਅਸੀਂ ਉਹਨੂੰ ਦੇ ਦਿੰਦੇ ਹਾਂ ਅਤੇ ਰਿਐਕਸ਼ਨ ਜੋ ਹੋ ਜਾਂਦੀ ਹੈ ਸਾਡੀ ਫਾਸਟ ਹੋ ਜਾਂਦੀ ਹੈ, ਇਵੈਪੋਰੇਸ਼ਨ ਫਾਸਟ ਹੋ ਜਾਂਦੀ ਹੈ। ਥਰਡ ਫੈਕਟਰ ਇਜ਼ ਸਰਫੇਸ ਏਰੀਆ ਆਫ ਰਿਐਕਟੈਂਟ। ਸਰਫੇਸ ਏਰੀਆ ਦਾ ਕੀ ਮਤਲਬ ਹੈ ਇੱਧਰ ਬੇਟਾ, ਕਿ ਜਿੱਦਾਂ ਅਸੀਂ ਅਗਰ ਮੰਨ ਲਓ ਇੱਕ ਚੌਕ ਦਾ ਪੀਸ ਲੈ ਲੈਂਦੇ ਹਾਂ, ਚੌਕ ਦੇ ਪੀਸ ਦੇ ਉੱਪਰ ਅਗਰ ਆਪਾਂ ਇੱਕ ਡ੍ਰੌਪ ਇੰਕ ਪਾਉਂਦੇ ਹਾਂ ਅਤੇ ਸਿਰਫ ਆਊਟਰ ਸਰਫੇਸ ਏਰੀਆ 'ਤੇ ਅੰਦਰ ਤੱਕ ਇੰਕ ਜਿਹੜੀ ਹੈ ਐਬਜ਼ੋਰਬ ਨਹੀਂ ਹੁੰਦੀ ਹੈ, ਕਿਉਂਕਿ ਉਹਦਾ ਸਰਫੇਸ ਏਰੀਆ ਕੀ ਹੈ, ਬਾਹਰ ਵਾਲਾ ਹੀ ਹੈ। ਅਗਰ ਮੈਂ ਉਸ ਚੌਕ ਨੂੰ ਕ੍ਰਸ਼ ਕਰਦਾ, ਪਾਊਡਰਡ ਫੋਰਮ ਦੇ ਵਿੱਚ ਕਰਦਾ, ਦੈਨ ਉਹਦੇ ਉੱਪਰ ਇੰਕ ਸਪਰੈਡ ਕਰਾਂ ਅਤੇ ਇੰਕ ਕੀ ਹੋ ਜਾਏਗੀ, ਸਾਰੀ ਸਾਈਡ 'ਤੇ ਚਲੇ ਜਾਏਗੀ। ਮਤਲਬ ਰਿਐਕਸ਼ਨ ਜੋ ਹੈ ਉਹ ਫਾਸਟ ਹੋਏਗੀ। ਔਰ ਕਿਉਂਕਿ ਸਾਡੇ ਕੋਲ ਜੋ ਪਾਊਡਰਡ ਫੋਰਮ ਦੇ ਵਿੱਚ ਕੀ ਹੈ, ਸਰਫੇਸ ਏਰੀਆ ਕੀ ਹੋ ਜਾਂਦਾ ਹੈ, ਇਨਕਰੀਜ਼ ਹੋ ਜਾਂਦਾ ਹੈ, ਕਿਉਂਕਿ ਛੋਟੇ ਛੋਟੇ ਜੋ ਪਾਰਟੀਕਲ ਸਾਡੇ ਕੋਲ ਨਵੇਂ ਬਣੇ ਉਹਨਾਂ ਸਾਰਿਆਂ ਦੇ ਅੱਗੇ ਅੱਗੇ ਕੀ ਹੋ ਜਾਏਗਾ, ਇੱਕ ਨਿਊ ਸਰਫੇਸ ਬਣ ਜਾਂਦੀ ਹੈ। ਅਤੇ ਜਿੱਦਾਂ ਜਿੱਦਾਂ ਸਰਫੇਸ ਏਰੀਆ ਇਨਕਰੀਜ਼ ਕਰੇਗਾ ਰਿਐਕਟੈਂਟ ਦਾ, ਓਨੀ ਹੀ ਜ਼ਿਆਦਾ ਕੀ ਰਿਐਕਸ਼ਨ ਜੋ ਹੈ ਫਾਸਟ ਹੋਏਗੀ। ਇਸ ਕਰਕੇ ਅਸੀਂ ਕਹਿੰਦੇ ਹਾਂ ਪਾਊਡਰਡ ਫੋਰਮ ਦੇ ਵਿੱਚ ਅਸੀਂ ਜਦੋਂ ਰਿਐਕਟੈਂਟ ਲੈਂਦੇ ਹਾਂ ਉਹਦੀ ਰਿਐਕਸ਼ਨ ਫਾਸਟ ਹੁੰਦੀ ਹੈ ਐਜ਼ ਕੰਪੈਰੀਜ਼ਨ ਟੂ ਸੋਲਿਡ ਫੋਰਮ। ਅਗਰ ਆਪਾਂ ਇਹਨੂੰ ਡੇਲੀ ਲਾਈਫ ਦੇ ਵਿੱਚ ਦੇਖੀਏ, ਡੇਲੀ ਲਾਈਫ ਦੇ ਵਿੱਚ ਅਗਰ ਮੈਂ ਸ਼ੂਗਰ ਨੂੰ ਡਿਜ਼ੋਲਵ ਕਰਾਂ ਤਾਂ ਇਟ ਟੇਕਸ ਟਾਈਮ, ਬਟ ਅਗਰ ਮੈਂ ਸ਼ੂਗਰ ਨੂੰ ਕ੍ਰਸ਼ ਕਰਦਾ, ਪ੍ਰੋਪਰਲੀ ਗ੍ਰਾਈਂਡ ਕਰਕੇ ਫਿਰ ਉਹਨੂੰ ਡਿਜ਼ੋਲਵ ਕਰਾਂ, ਇਟ ਵਿਲ ਡਿਜ਼ੋਲਵ ਵਿਦਇਨ ਮਿਨਟਸ। ਫੋਰਥ ਵਨ ਇਜ਼ ਰੇਡੀਏਸ਼ਨ ਐਂਡ ਕੈਟਾਲਿਸਟ। ਰੇਡੀਏਸ਼ਨ ਕੀ ਹੈ, ਕੁਛ ਰਿਐਕਸ਼ਨਸ ਜਿਹੜੀਆਂ ਉਹ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਹੁੰਦੀਆਂ। ਸਨਲਾਈਟ ਦੀ ਪ੍ਰੈਜ਼ੈਂਸ ਮੀਨਸ ਜਿਹੜੀ ਰਿਐਕਸ਼ਨ ਸਨਲਾਈਟ ਦੀ ਪ੍ਰੈਜ਼ੈਂਸ 'ਚ ਹੁੰਦੀਆਂ ਹੈ, ਅਗਰ ਉਹਨਾਂ ਦੇ ਵਿੱਚ ਜਿੰਨੀ ਜ਼ਿਆਦਾ ਰੇਡੀਏਸ਼ਨਸ ਦਿੱਤੀ ਜਾਏਗੀ ਉਨੀ ਹੀ ਜ਼ਿਆਦਾ ਰੇਟ ਆਫ ਰਿਐਕਸ਼ਨ ਕੀ ਹੋ ਜਾਏਗੀ, ਫਾਸਟ ਹੋ ਜਾਏਗੀ। ਦੈਨ ਕੈਟਾਲਿਸਟ ਸਾਨੂੰ ਪਤਾ ਹੈ ਕਿ ਰੇਟ ਆਫ ਰਿਐਕਸ਼ਨ ਨੂੰ ਕੀ ਕਰਦੇ ਆ, ਇਨਕਰੀਜ਼ ਕਰਦੇ ਆ ਹਮੇਸ਼ਾ ਹੀ। It means कि rate of reaction with the help of catalyst will always increases। then pressure of gas। ਅਸੀਂ ਪ੍ਰੈਸ਼ਰ ਜਿੰਨਾ ਜ਼ਿਆਦਾ ਅਪਲਾਈ ਕਰਾਂਗੇ ਰਿਐਕਸ਼ਨ ਉਨੀ ਜ਼ਿਆਦਾ ਫਾਸਟ ਹੋਏਗੀ ਔਨ ਰਿਐਕਟੈਂਟਸ। ਕਿੱਦਾਂ ਕਿ ਅਗਰ ਰਿਐਕਟੈਂਟ ਦੇ ਮੋਲੀਕਿਊਲਸ ਦੇ ਉੱਪਰ ਪ੍ਰੈਸ਼ਰ ਲਗਾਵਾਂਗੇ, ਉਹਦੇ ਮੋਲੀਕਿਊਲਸ ਜਿਹੜੇ ਆ ਉਹ ਕੀ ਕੰਪਰੈਸ ਹੋ ਜਾਣਗੇ, ਐਨਰਜੀ ਲੱਗੇਗੀ, ਉਹ ਦੇ ਕੈਨ ਬਰਸਟ ਐਂਡ ਹੈਂਸ ਦ ਰੇਟ ਆਫ ਰਿਐਕਸ਼ਨ increases। our next topic then comes that law of mass action। law of mass action ਕੀ ਕਹਿੰਦਾ ਹੈ, ਸਪੋਜ਼ ਸਾਡੇ ਕੋਲ ਰਿਐਕਟੈਂਟਸ A ਐਂਡ B ਹੈਗੇ ਆ, ਤੁਸੀਂ A number of A reactants ਲਏ, small a number of A reactants। here small a and small b are numerical values। small a and small a number ਦੇ A reactants ਲਏ ਹੈ, small b number ਦੇ B ਰਿਐਕਟੈਂਟਸ ਲਏ ਹੈ, ਉਹ ਤੁਹਾਨੂੰ ਕੁਝ ਪ੍ਰੋਡਕਟ ਮਿਲ ਰਿਹਾ ਹੈ। ਅਤੇ ਜੋ ਰੇਟ ਆਫ ਰਿਐਕਸ਼ਨ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨੈਲਿਟੀ ਕੌਂਸਟੈਂਟ ਦਾ ਇੱਥੇ ਸਾਈਨ ਦਿੱਤਾ ਹੋਇਆ ਹੈ, ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗੀ ਕੰਸਨਟ੍ਰੇਸ਼ਨ। ਬੇਟਾ ਦਿਸ ਬ੍ਰੈਕਟ is used for concentration of reactants to the power of stoichiometric coefficient। ਜੋ ਇਹ
ਸਮੋਲ a ਸਮੋਲ b ਨਿਊਮੈਰੀਕਲ ਵੈਲਿਊਜ਼ ਹੁੰਦੀਆਂ ਹੈ, ਇਹਨਾਂ ਨੂੰ ਅਸੀਂ ਸਟੋਇਕੋਮੈਟ੍ਰਿਕ ਕੋਫੀਸ਼ੀਐਂਟਸ ਕਹਿੰਦੇ ਹਾਂ। ਅਤੇ ਰੇਟ ਆਫ ਰਿਐਕਸ਼ਨ ਜੋ ਹੈ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਕੰਸਨਟ੍ਰੇਸ਼ਨ ਆਫ ਰਿਐਕਟੈਂਟਸ ਟੂ ਦੀ ਪਾਵਰ ਆਫ ਸਟੋਇਕੋਮੈਟ੍ਰਿਕ ਕੋਫੀਸ਼ੀਐਂਟ, ਜੋ ਕਿ ਇਸ ਤਰੀਕੇ ਨਾਲ ਲਿਖਦੇ ਹਾਂ। ਔਰ ਇਟ ਇਜ਼ ਇਕੁਅਲ ਟੂ ਕੇ, ਅਗਰ ਮੈਂ ਪ੍ਰੋਪੋਰਸ਼ਨੈਲਿਟੀ ਕੌਂਸਟੈਂਟ ਨੂੰ ਰਿਪਲੇਸ ਕਰਦਾ ਕੇ ਦੇ ਨਾਲ, ਅਤੇ ਸਾਈਨ ਕਿਹੜਾ ਆ ਜਾਏਗਾ, ਇਕੁਅਲ ਟੂ, ਔਰ ਤੁਹਾਡੀ ਰੇਟ ਆਫ ਰਿਐਕਸ਼ਨ ਇਹਦੇ ਇਕੁਅਲ ਹੋ ਜਾਏਗੀ। ਦਿਸ ਇਜ਼ ਦਾ ਲਾਅ ਆਫ ਮਾਸ ਐਕਸ਼ਨ। ਬਟ ਜਦੋਂ ਅਸੀਂ ਐਕਸਪੈਰੀਮੈਂਟਲੀ ਇਸ ਚੀਜ਼ ਨੂੰ ਨੋਟ ਆਊਟ ਕਰਕੇ ਦੇਖਿਆ, ਅਤੇ ਅਸੀਂ ਦੇਖਿਆ ਕਿ ਰੇਟ ਜੋ ਹੈ ਸਟੋਇਕੋਮੈਟ੍ਰਿਕ ਕੋਫੀਸ਼ੀਐਂਟ ਰਿਐਕਟੈਂਟਸ ਦੇ ਉੱਪਰ ਤਾਂ ਡਿਪੈਂਡ ਕਰਦੀ ਹੈ ਉਹਨਾਂ ਦੀ ਕੰਸਨਟ੍ਰੇਸ਼ਨ 'ਤੇ, ਬਟ ਉਹਨਾਂ ਦੇ ਸਟੋਇਕੋਮੈਟ੍ਰਿਕ ਕੋਫੀਸ਼ੀਐਂਟਸ ਦੇ ਉੱਪਰ ਨਹੀਂ ਡਿਪੈਂਡ ਕਰਦੀ। ਇਟ ਡਿਪੈਂਡਸ ਔਨ ਸਮ ਨੰਬਰਸ, that is alpha or beta. It may be equal to stoichiometric coefficient or may not be equal to stoichiometric coefficient. K ਨੂੰ ਅਸੀਂ rate constant ਕਹਿੰਦੇ ਹਾਂ ਜਾਂ ਫਿਰ velocity constant ਕਹਿੰਦੇ ਹਾਂ, ਅਤੇ ਜਦੋਂ ਅਸੀਂ ਐਕਸਪੈਰੀਮੈਂਟਲੀ ਫਾਈਂਡ ਆਊਟ ਕੀਤਾ ਉਹਨੂੰ ਅਸੀਂ ਕਹਿ ਦਿੱਤਾ rate law expression। ਜੋ ਅਸੀਂ ਥਿਓਰੇਟਿਕਲੀ ਲਿਖਦੇ ਹਾਂ ਉਹਦੇ ਕੋਰਸਪੋਂਡਿੰਗ ਕੀ ਹੈ, rate is directly proportional to the concentration of reactants to the power of some numerical value which may be equal to the stoichiometric, means alpha may be equal to a हो सकता है और नहीं भी हो सकता, और beta may be equal to small b। then अगर मैं करैक्टरिस्टिक्स की गल की जाए, करैक्टरिस्टिक्स मतलब इन्हों की प्रॉपर्टीज़ ऑफ रेट कॉन्सटेंट जो है वो इनक्रीज़ करता है जिदा जिदा रिएक्शन इनक्रीज़ करती है। फिर वैल्यू रेट कॉन्सटेंट की जो वैल्यू है किसी रिएक्शन वास्ते एक पर्टिकुलर टैंपरेचर ते सेम ही रहिंदी है। कोई एक रिएक्शन अगर तुसी लेंदे हो, सपोज सी प्लस O2 लेंदे हो, तो साडे कोल की आ जाता है कि जो रेट कॉन्सटेंट की वैल्यू है वो साडे कोल सेम रहेगी उस टैंपरेचर के ऊपर। then value of R changes with temperature for same reaction जो R ਦੀ वैल्यू है वो चेंज हो सकती है उस रिएक्शन वास्ते। C+O2 अगर मैं रिएक्शन लैनी हाँ ਉਹਦੇ वास्ते R ਦੀ वैल्यू चेंज हो सकती है अगर मैं ਉਹਦਾ टैंपरेचर चेंज करदा, क्योंकि सानू पता है with the increase in temperature reaction changes, as the reaction changes rate constant also changes। rate constant do not depend upon the concentration of reactant। इत्थे rate constant ਦੀ ਆਪਾਂ ਗੱਲ ਕਰੀਏ ਤੇ ਇਹ ਕਹਿੰਦਾ ਹੈ ਕਿ ਰੇਟ ਕੌਨਸਟੈਂਟ, ਇੱਥੇ ਅਸੀਂ ਗੱਲ ਕੀਤੀ ਸੀ ਰੇਟ ਆਫ ਰਿਐਕਸ਼ਨ ਦੀ, ਇਟ ਡਿਪੈਂਡਸ ਅਪੋਨ ਦ ਕੰਸਨਟ੍ਰੇਸ਼ਨ ਆਫ ਰਿਐਕਟੈਂਟ, ਬਟ ਰੇਟ ਕੌਨਸਟੈਂਟ ਡੂ ਨਾਟ ਡਿਪੈਂਡ ਅਪੋਨ ਦ ਕੰਸਨਟ੍ਰੇਸ਼ਨ ਆਫ ਰਿਐਕਟੈਂਟ। ਦੈਨ ਟੂ ਟਰਮਸ ਆਉਂਦੀਆਂ ਸਾਡੇ ਕੋਲ, ਮੋਲੀਕੂਲੈਰਿਟੀ ਐਂਡ ਆਰਡਰ ਆਫ ਰਿਐਕਸ਼ਨ। ਮੋਲੀਕੂਲੈਰਿਟੀ ਅਸੀਂ ਉਹਨੂੰ ਕਹਿੰਦੇ ਹਾਂ ਕਿ ਟੋਟਲ ਨੰਬਰ ਆਫ ਰਿਐਕਟੈਂਟਸ ਡੈਟ ਟੇਕ ਪਾਰਟ ਇਨ ਦ ਕੈਮੀਕਲ ਰਿਐਕਸ਼ਨ। ਫੋਰ ਐਗਜ਼ਾਮਪਲ ਮੈਂ ਇੱਥੇ ਗੱਲ ਕੀਤੀ ਸੀ ਇੱਕ ਰਿਐਕਸ਼ਨ ਲਈ ਹੈ A plus B ਰਿਐਕਟੈਂਟਸ ਦੇ ਸਟੋਇਕੋਮੈਟ੍ਰਿਕ ਕੋਫੀਸ਼ੀਐਂਟਸ ਜਿਹੜੇ ਆ ਉਹਨਾਂ ਦੋਨਾਂ ਨੂੰ ਅਗਰ ਮੈਂ ਐਡ ਕਰ ਦਿੰਦੀ ਹਾਂ ਤਾਂ ਮੇਰੇ ਕੋਲ ਆ ਜਾਂਦੀ ਹੈ ਮੋਲੀਕੂਲੈਰਿਟੀ ਆਫ ਰਿਐਕਸ਼ਨ। ਮੀਨਸ ਤੁਸੀਂ ਇਸ ਤਰੀਕੇ ਨਾਲ ਵੀ ਕਹਿ ਸਕਦੇ ਹੋ ਲਾਅ ਆਫ ਮਾਸ ਐਕਸ਼ਨ ਦੇ ਵਿੱਚ ਜਿਹੜੇ ਸਟੋਇਕੋਮੈਟ੍ਰਿਕ ਕੋਫੀਸ਼ੀਐਂਟਸ ਆ ਜਾਂਦੇ ਆ ਉਹਨਾਂ ਨੂੰ ਐਡ ਕਰੋਗੇ ਤਾਂ ਤੁਹਾਡੇ ਕੋਲ ਕੀ ਆਏਗਾ, ਮੋਲੀਕੂਲੈਰਿਟੀ ਆਫ ਰਿਐਕਸ਼ਨ। ऑर्डर ऑफ रिएक्शन की होंगी है, सम ऑफ द पावर्स टू विच द कंसनट्रेशन टर्म्स आर रेज्ड इन अ रेट लॉ एक्सप्रैशन। हुण अगर मैं रेट लॉ एक्सप्रैशन की गल करा, हेयर रेट इज़ डायरैक्टली प्रपोर्शनल टू द कंसनट्रेशन ऑफ रिएक्टेंट ए एंड कंसनट्रेशन ऑफ रिएक्टेंट बी, और उन्होंने पावर्स देखो सेम नहीं है जो कि स्टोइकोमेट्रिक कोफिशिएंट की सेम होंगी है ना। इतने स्टोइकोमेट्रिक कोफिशिएंट नाल सेम नहीं है। इट मीनस ऑर्डर ऑफ रिएक्शन इज़ इक्वल टू alpha plus beta, but molecularity of reaction is equals to A plus B। molecularity ਨੂੰ ਅਸੀਂ define ਕਰਦੇ ਹਾਂ law of mass action ਦੇ according, that is A plus B, number of molecules ਜਾਂ number of reactants ਕਿੰਨੇ use ਹੋਏ ਹੈ, ਜਦਕਿ order of reaction ਅਸੀਂ determine ਕਰਦੇ ਹਾਂ alpha plus beta ਦੇ corresponding, ਜੋ ਕਿ ਸਾਨੂੰ ਕਿੱਥੋਂ ਮਿਲਦੀ ਹੈ, rate law expression ਤੋਂ ਮਿਲਦੀ ਹੈ। Here the topics is completed up to order of reaction।